ਪਿਆਰੇ ਵਿਦਿਆਰਥੀਓ, ਸਤਿ ਸ੍ਰੀ ਅਕਾਲ। ਅੱਜ ਦੀ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਰਾਸ਼ਟਰੀ ਏਕੀਕਰਨ, ਜਾਣ ਪਹਿਚਾਣ, ਪਰਿਭਾਸ਼ਾ, ਵਿਧੀਆਂ, ਪੱਖ, ਸਮੱਸਿਆਵਾਂ ਅਤੇ ਸੁਝਾਅ ਬਾਰੇ ਗੱਲਬਾਤ ਆਪਾਂ ਅੱਜ ਇਸ ਜਿਹੜੇ ਟੌਪਿਕ ਦੇ ਵਿੱਚ ਕਰਾਂਗੇ। ਜਾਣ ਪਛਾਣ ਦੇ ਵਿੱਚ ਪੜ੍ਹਦੇ ਰਹੇ ਜੀ ਆਪਾਂ। ਜਾਣ ਪਛਾਣ ਦੇ ਵਿੱਚ ਕਿਸੇ ਦੇਸ਼ ਵਿੱਚ ਵੱਸਦੇ ਵੱਖ-ਵੱਖ ਜਾਤਾਂ, ਧਰਮਾਂ, ਨਸਲਾਂ, ਭਾਸ਼ਾਵਾਂ, ਖੇਤਰਾਂ ਅਤੇ ਸੱਭਿਆਚਾਰ ਦੇ ਲੋਕ ਦੇ ਅੰਦਰ ਇਹਨਾਂ ਵਿਭਿੰਨਤਾਵਾਂ ਤੋਂ ਉੱਪਰ ਉੱਠ ਕੇ ਇੱਕੋ ਰਾਸ਼ਟਰ ਦੇ ਨਾਗਰਿਕ ਹੋਣ ਦੀ ਭਾਵਨਾ ਦਾ ਵਿਕਾਸ ਰਾਸ਼ਟਰੀ ਏਕੀਕਰਨ ਹੈ। ਆਹ ਦੇਖੋ, ਆਪਾਂ ਦੇਖ ਸਕਦੇ ਹਾਂ ਜਿਹਦੇ ਵਿੱਚ ਆਹ ਜਿਹੜਾ ਬਣਿਆ ਹੋਇਆ ਲੋਗੋ ਉੱਪਰ, ਇਹਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਦਿਖਾਈਆਂ ਹੋਈਆਂ ਨੇਗੀਆਂ ਵੀ ਕੀ ਕੀ ਚੀਜ਼ ਆਈ ਸਾਰੀ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਉਹ ਰਾਸ਼ਟਰੀ ਏਕੀਕਰਨ ਦੇ ਲਈ ਦੀ ਭਾਵਨਾ ਜਿਹੜਾ ਉਤਪੰਨ ਕਰਦੀਆਂ ਨੇਗੀਆਂ, ਉਹਨੂੰ ਆਪਾਂ ਰਾਸ਼ਟਰੀ ਏਕੀਕਰਨ ਕਹਿ ਸਕਦੇ ਹਾਂ। ਉਸ ਤੋਂ ਅੱਗੇ ਪਰਿਭਾਸ਼ਾ ਹੈ ਜੀ। ਪਰਿਭਾਸ਼ਾ ਡਾਕਟਰ ਐਸ ਰਾਧਾ ਕ੍ਰਿਸ਼ਨ ਅਨੁਸਾਰ ਰਾਸ਼ਟਰੀ ਏਕੀਕਰਨ ਇੱਕ ਮਕਾਨ ਨਹੀਂ ਜਿਸ ਨੂੰ ਮਸਾਲੇ ਅਤੇ ਇੱਟਾਂ ਨਾਲ ਬਣਾਇਆ ਜਾ ਸਕਦਾ ਹੋਵੇ। ਇਹ ਕੋਈ ਉਦਯੋਗਿਕ ਯੋਜਨਾ ਵੀ ਨਹੀਂ ਜਿਸ ਸੰਬੰਧੀ ਮਾਹਰਾਂ ਦੁਆਰਾ ਵਿਚਾਰ ਕੀਤਾ ਅਤੇ ਲਾਗੂ ਕੀਤਾ ਜਾ ਸਕਦਾ ਹੋਵੇ। ਇਸ ਦੇ ਉਲਟ ਏਕੀਕਰਨ ਇੱਕ ਵਿਚਾਰ ਹੈ ਜਿਸ ਦਾ ਨਿਵਾਸ ਲੋਕਾਂ ਦੇ ਦਿਲਾਂ ਵਿੱਚ ਹੋਣਾ ਚਾਹੀਦਾ ਹੈ। ਇਹ ਇੱਕ ਅਜਿਹੀ ਚੇਤਨਾ ਹੈ ਜੋ ਲੋਕਾਂ ਅੰਦਰ ਵਿਸ਼ਾਲ ਪੱਧਰ 'ਤੇ ਜਾਗਰੂਕ ਕਰਦੀ ਹੈ। ਉਸ ਤੋਂ ਅੱਗੇ ਰਾਸ਼ਟਰੀ ਏਕੀਕਰਨ ਦੀਆਂ ਵਿਧੀਆਂ ਕੀ ਨੇਗੀਆਂ। ਰਾਸ਼ਟਰੀ ਏਕੀਕਰਨ ਦੀਆਂ ਵਿਧੀਆਂ, ਪਹਿਲਾ ਰਾਸ਼ਟਰੀ ਸਮੀਕਰਨ ਵਿਧੀ, ਘੱਟ ਗਿਣਤੀਆਂ ਦੇ ਸੱਭਿਆਚਾਰ ਖਤਮ ਕਰਕੇ ਉਹਨਾਂ ਨੂੰ ਰਾਸ਼ਟਰੀ ਸੱਭਿਆਚਾਰ ਗ੍ਰਹਿਣ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਸ ਤੋਂ ਅੱਗੇ ਦੂਸਰਾ ਪੁਆਇੰਟ, ਅਨੇਕਤਾ ਵਿੱਚ ਏਕਤਾ ਦੀ ਵਿਧੀ, ਘੱਟ ਗਿਣਤੀਆਂ ਦੇ ਸੱਭਿਆਚਾਰ ਨੂੰ ਖਤਮ ਨਹੀਂ ਕੀਤਾ ਜਾਂਦਾ ਸਗੋਂ ਵਿਕਾਸ ਕਰਨ ਲਈ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇਹਨਾਂ ਘੱਟ ਗਿਣਤੀਆਂ ਦੇ ਸੱਭਿਆਚਾਰ ਨੂੰ ਸਮਾਪਤ ਕੀਤੇ ਬਿਨਾਂ ਉਹਨਾਂ ਵਿੱਚ ਰਾਸ਼ਟਰੀ ਵਫਾਦਾਰੀ ਵਿਕਸਿਤ ਕੀਤੀਆਂ ਜਾਂਦੀਆਂ ਹਨ। ਆਹ ਦੇਖ ਸਕਦੇ ਹਾਂ ਜੀ ਆਪਾਂ, ਜਿਹੜੇ ਲੋਗੋ ਬਣੇ ਹੋਏ ਨੇ ਇਹਦੇ ਵਿੱਚ। ਇਸ ਤੋਂ ਅੱਗੇ ਰਾਸ਼ਟਰੀ ਏਕੀਕਰਨ ਦੇ ਪੱਖ ਨੇਗੇ। ਪਹਿਲਾ ਪੱਖ ਹੈਗਾ ਆਰਥਿਕ ਪੱਖ। ਆਰਥਿਕ ਪੱਖ ਹੈਗਾ। ਉਸ ਤੋਂ ਅੱਗੇ ਰਾਜਨੀਤਿਕ ਪੱਖ ਨੇਗੇ, ਫਿਰ ਸੱਭਿਆਚਾਰਕ ਪੱਖ, ਫਿਰ ਸਮਾਜਿਕ ਪੱਖ, ਮਨੋਵਿਗਿਆਨਕ ਪੱਖ। ਇਹ ਜਿਹੜੇ ਸਾਰੇ ਪੱਖ ਨੇ ਜੋ ਰਾਸ਼ਟਰੀ ਏਕੀਕਰਨ ਦੇ ਪੱਖ ਨੇਗੇ। ਇਹਨਾਂ 'ਤੇ ਕੰਮ ਕਰਕੇ ਜਿਹੜਾ ਰਾਸ਼ਟਰੀ ਏਕੀਕਰਨ ਕੀਤਾ ਜਾ ਸਕਦਾ ਹੈਗਾ। ਉਦੋਂ ਅੱਗੇ ਪੜ੍ਹਦੇ ਨੇ ਰਾਸ਼ਟਰੀ ਏਕੀਕਰਨ ਦੇ ਪੱਖ ਨੇ ਜਿਹੜੇ। ਪਹਿਲਾ ਹੈਗਾ ਰਾਸ਼ਟਰੀ ਰਾਜਨੀਤਿਕ ਪੱਖ। ਰਾਸ਼ਟਰੀ ਏਕੀਕਰਨ ਦਾ ਰਾਜਨੀਤਿਕ ਪੱਖ ਦੇਸ਼ ਦੇ ਵਿਸ਼ਾਲ ਸੰਗਠਨ ਨਾਲ ਸੰਬੰਧਿਤ ਹੈ। ਭਾਸ਼ਾ ਦੇ ਆਧਾਰ 'ਤੇ ਰਾਜਾਂ ਦਾ ਸੰਗਠਨ ਭਾਰਤ ਵਿੱਚ ਰਾਸ਼ਟਰੀ ਏਕੀਕਰਨ ਲਈ ਖਤਰਾ ਹੈ। ਦੇਸ਼ ਦਾ ਖੇਤਰੀ ਸੰਗਠਨ ਉਚਿਤ ਆਧਾਰਾਂ ਉੱਤੇ ਇੱਕ ਵਾਰ ਹੀ ਹੋਣਾ ਚਾਹੀਦਾ ਹੈ ਤਾਂ ਕਿ ਨਵੇਂ ਰਾਜਾਂ ਦੀ ਜਿਹੜੀ ਮੰਗ ਨਾ ਉੱਠ ਸਕੇ। ਠੀਕ ਹੈ ਜੀ। ਆਪਾਂ ਦੇਖ ਸਕਦੇ ਨਕਸ਼ੇ ਦੇ ਵਿੱਚ ਜਿਹੜਾ ਉਹ ਆਪਾਂ ਦੇਖਦੇ ਹਾਂਗੇ, ਆਹ ਜਿਹੜਾ ਤੇਲੰਗਾਨਾ ਰਾਜ ਹੈਗਾ ਉਹ ਦੁਬਾਰੇ ਬਣਿਆ। ਇਸੇ ਤਰ੍ਹਾਂ ਹੀ ਜਿਵੇਂ ਪੰਜਾਬ ਦੇ ਨਾਲੋਂ ਜਿਹੜੇ ਇਲਾਕੇ ਤੋੜ ਕੇ ਇਹਦੇ ਵਿੱਚ ਹਿਮਾਚਲ ਪ੍ਰਦੇਸ਼ ਬਣਾ ਦਿੱਤਾ ਗਿਆ, ਹਰਿਆਣਾ ਬਣਾ ਦਿੱਤਾ ਗਿਆ। ਠੀਕ ਹੈ। ਹੋਰ ਵੀ ਬਥੇਰੇ ਦੇਸ਼ ਨੇ ਜਿਹੜੇ ਰਾਜ ਨੇ ਜਿਹੜੇ ਉਹ ਨਵੇਂ ਨਵੇਂ ਬਣੇ। ਉਸ ਤੋਂ ਅੱਗੇ ਦੂਸਰਾ ਆਰਥਿਕ ਪੱਖ। ਆਰਥਿਕ ਪੱਖ ਰਾਸ਼ਟਰੀ ਏਕੀਕਰਨ ਦੇ ਆਰਥਿਕ ਪੱਖ ਤੋਂ ਭਾਵ ਲੋਕਾਂ ਵਿੱਚ ਆਰਥਿਕ ਅਸਮਾਨਤਾਵਾਂ ਦਾ ਨਾ ਹੋਣਾ ਹੈ। ਵੱਖ ਵੱਖ ਖੇਤਰਾਂ ਅਤੇ ਲੋਕਾਂ ਨੂੰ ਸੰਤੁਲਿਤ ਆਰਥਿਕ ਵਿਕਾਸ ਵੱਲ ਉਚਿਤ ਧਿਆਨ ਦਿੱਤਾ ਜਾਵੇ ਤਾਂ ਜੋ ਰਾਸ਼ਟਰੀ ਏਕੀਕਰਨ ਦੇ ਆਦਰਸ਼ਾਂ ਦੀ ਪ੍ਰਾਪਤੀ ਹੋ ਸਕੇ। ਉਸ ਤੋਂ ਅੱਗੇ ਤੀਸਰਾ ਪੁਆਇੰਟ ਸਮਾਜਿਕ ਪੱਖ। ਰਾਸ਼ਟਰੀ ਏਕੀਕਰਨ ਦੇ ਸਮਾਜਿਕ ਪੱਖ ਤੋਂ ਭਾਵ ਰਾਜਾਂ ਵਿੱਚ ਰਹਿਣ ਵਾਲੇ ਸਾਰੇ ਵਰਗਾਂ ਦੇ ਲੋਕਾਂ ਨਾਲ ਸਮਾਨ ਵਿਵਹਾਰ ਹੋਣਾ ਚਾਹੀਦਾ ਹੈ। ਜਾਤ, ਧਰਮ, ਨਸਲ ਆਦਿ ਉੱਤੇ ਹੋਣ ਵਾਲੇ
ਸਮਾਜਿਕ ਵਖਰੇਵੇਂ ਖਤਮ ਕਰਕੇ ਸਮਾਜਿਕ ਪੱਖ ਤੋਂ ਏਕਤਾ ਵਿਕਸਿਤ ਹੋ ਸਕਦੀ ਹੈ। ਉਸ ਤੋਂ ਅੱਗੇ ਚੌਥਾ ਪੁਆਇੰਟ ਸੱਭਿਆਚਾਰਕ ਪੱਖ। ਲੋਕਾਂ ਦੇ ਸੱਭਿਆਚਾਰ ਵਿੱਚ ਉਹਨਾਂ ਦੇ ਭਾਸ਼ਾ, ਲਿਪੀ, ਰਸਮੋ ਰਿਵਾਜ, ਜੀਵਨ ਜਾਂਚ ਸ਼ਾਮਲ ਹੁੰਦੇ ਹਨ। ਲੋਕਾਂ ਨੂੰ ਆਪਣੇ ਸੱਭਿਆਚਾਰ ਨੂੰ ਵਿਕਸਿਤ ਅਤੇ ਸੁਰੱਖਿਅਤ ਰੱਖਣ ਲਈ ਸਮਾਨ ਅਤੇ ਉਚਿਤ ਮੌਕੇ ਦਿੱਤੇ ਜਾਣ। ਉਸ ਤੋਂ ਅੱਗੇ ਪੰਜਵਾਂ ਮਨੋਵਿਗਿਆਨਕ ਪੱਖ। ਮਨੋਵਿਗਿਆਨਕ ਪੱਖ ਰਾਸ਼ਟਰੀ ਏਕੀਕਰਨ ਦਾ ਸਭ ਤੋਂ ਮਹੱਤਵਪੂਰਨ ਪੱਖ ਹੈ। ਲੋਕਾਂ ਨੂੰ ਵਿਸ਼ਾਲ ਪੱਧਰ 'ਤੇ ਚੇਤਨ ਕਰਕੇ ਉਹਨਾਂ ਦੇ ਮਨਾਂ ਅੰਦਰ ਭਾਵਨਾਤਮਕ ਏਕਤਾ ਵਿਕਸਿਤ ਕਰਨਾ ਚਾਹੀਦਾ ਹੈ। ਕਰਨਾ ਚਾਹੀਦਾ। ਉਸ ਤੋਂ ਅੱਗੇ ਰਾਸ਼ਟਰੀ ਏਕੀਕਰਨ ਪ੍ਰੀਸ਼ਦ। ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਅਧੀਨ 1961 ਵਿੱਚ ਰਾਸ਼ਟਰੀ ਏਕੀਕਰਨ ਸੰਬੰਧੀ ਬੁਲਾਏ ਗਏ ਸੰਮੇਲਨ ਵਿੱਚ ਰਾਸ਼ਟਰੀ ਏਕੀਕਰਨ ਨਾਲ ਸੰਬੰਧਿਤ ਮਾਮਲਿਆਂ ਉੱਪਰ ਮੁੜ ਵਿਚਾਰ ਕਰਨਾ, ਰਾਸ਼ਟਰੀ ਏਕੀਕਰਨ ਨੂੰ ਵਿਕਸਿਤ ਕਰਨ ਲਈ ਰਾਸ਼ਟਰੀ ਏਕੀਕਰਨ ਪ੍ਰੀਸ਼ਦ ਸਥਾਪਿਤ ਕਰਨ ਦਾ ਫੈਸਲਾ ਕੀਤਾ ਗਿਆ। ਉਸ ਤੋਂ ਅੱਗੇ ਰਾਸ਼ਟਰੀ ਏਕੀਕਰਨ ਪ੍ਰੀਸ਼ਦ ਦੀ ਪਹਿਲੀ ਬੈਠਕ ਹੈ ਜਿਹੜੀ ਉਹ 1962 ਦੇ ਵਿੱਚ ਹੋਈ। ਇਸ ਵਿੱਚ ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ ਮੰਡਲ, ਰਾਜਾਂ ਦੇ ਮੁੱਖ ਮੰਤਰੀ, ਰਾਜਨੀਤਿਕ ਦਲਾਂ ਦੇ ਨੇਤਾ, ਪ੍ਰਸਿੱਧ ਲੇਖਕ, ਵਿਗਿਆਨੀ ਆਦਿ ਸ਼ਾਮਲ ਹੁੰਦੇ ਹਨ। ਇਸ ਰਾਹੀਂ ਰਾਸ਼ਟਰ ਏਕਤਾ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗ ਵਧਾਉਣ ਲਈ ਪੂਰਨ ਸਹਿਯੋਗ ਦੇਣ ਸੰਬੰਧੀ ਵਚਨਬੱਧਤਾ ਦੁਹਰਾਈ ਗਈ। ਉਸ ਤੋਂ ਅੱਗੇ ਰਾਸ਼ਟਰੀ ਏਕੀਕਰਨ ਪ੍ਰੀਸ਼ਦ ਦੇ ਉਦੇਸ਼। ਪਹਿਲਾ ਉਦੇਸ਼ ਸਾਡੇ ਰਾਸ਼ਟਰੀ ਜੀਵਨ ਦੀ ਆਧਾਰਸ਼ਿਲਾ ਜਿਵੇਂ ਧਰਮ ਨਿਰਪੱਖਤਾ, ਨਿਆਂ, ਸਮਾਨਤਾ, ਭਾਈਚਾਰੇ ਦੀ ਭਾਵਨਾ ਦਾ ਵਿਕਾਸ ਕਰਨਾ। ਪੁਆਇੰਟ ਦੂਸਰਾ, ਉਹਨਾਂ ਪ੍ਰਵਿਰਤੀਆਂ ਦਾ ਖੰਡਨ ਕਰਨਾ ਜਿਹੜੀਆਂ ਰਾਸ਼ਟਰੀ ਏਕਤਾ ਨੂੰ ਭੰਗ ਕਰਦੀਆਂ ਹਨ। ਤੀਜਾ ਪੁਆਇੰਟ, ਸਿਰਫ ਸਰਕਾਰ ਹੀ ਨਹੀਂ ਸਗੋਂ ਰਾਸ਼ਟਰੀ ਏਕਤਾ ਦੇ ਉਦੇਸ਼ਾਂ ਲਈ ਸਭਨਾਂ ਧਿਰਾਂ ਨੂੰ ਮਿਲ ਕੇ ਕੰਮ ਕਰਨ ਦੀ ਅਪੀਲ ਕਰਨਾ। ਉਸ ਤੋਂ ਅੱਗੇ ਜਿਹੜੇ ਗੈਰ ਸਰਕਾਰੀ ਪੱਧਰ 'ਤੇ ਯਤਨ ਨੇਗੇ, ਇਨਸਾਨੀ ਬਰਾਦਰੀ, ਇਹ ਬਹੁਤ ਮਹੱਤਵਪੂਰਨ ਹੈ ਜੀ। ਇਨਸਾਨੀ ਬਰਾਦਰੀ ਵਾਲਾ ਇਹ ਪ੍ਰਸ਼ਨ ਪੁੱਛ ਲਿੱਤਾ ਜਾਂਦਾ ਕਈ ਵਾਰ ਪੇਪਰ ਦੇ ਵਿੱਚ। ਰਾਸ਼ਟਰੀ ਏਕੀਕਰਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਲਈ ਸੁਤੰਤਰਤਾ ਸੰਗਰਾਮੀ ਖਾਨ ਅਬਦੁਲ ਗਫਾਰ ਖਾਨ ਨੇ ਇਨਸਾਨੀ ਬਰਾਦਰੀ ਨਾਂ ਦਾ ਸੰਗਠਨ ਕਾਇਮ ਕਰਨ ਦੀ ਤਜਵੀਜ਼ ਕੀਤੀ ਅਤੇ ਅਗਸਤ 1970 ਵਿੱਚ ਇਹ ਸੰਗਠਨ ਕਾਇਮ ਹੋਇਆ। ਇਹ ਇੱਕ ਗੈਰ ਸਰਕਾਰੀ ਸੰਗਠਨ ਸੀ। ਇਸ ਵਿੱਚ ਕਿਸੇ ਵੀ ਧਰਮ, ਜਾਤੀ, ਭਾਸ਼ਾ ਜਾਂ ਖੇਤਰ ਦਾ ਵਿਅਕਤੀ ਸ਼ਾਮਲ ਹੋ ਸਕਦਾ ਸੀ। ਉਸ ਤੋਂ ਅੱਗੇ ਸਰਬ ਭਾਰਤੀ ਸੰਪਰਦਾਇਕ ਵਿਰੋਧਤਾ ਸਮਿਤੀ। 1970 ਵਿੱਚ ਇੱਕ ਕਾਂਗਰਸੀ ਨੇਤਾ ਸ਼੍ਰੀਮਤੀ ਸੁਭਦਰਾ ਜੋਸ਼ੀ ਨੇ ਸੰਪਰਦਾਇਕ ਹਿੰਸਾ ਨੂੰ ਰੋਕਣ ਅਤੇ ਰਾਸ਼ਟਰੀ ਏਕੀਕਰਨ ਨੂੰ ਵਿਕਸਿਤ ਕਰਨ ਲਈ ਸਰਬ ਭਾਰਤੀ ਸੰਪਰਦਾਇਕ ਵਿਰੋਧੀ ਸਮਿਤੀ ਦਾ ਸੰਗਠਨ ਕੀਤਾ। ਉਸ ਤੋਂ ਅੱਗੇ ਰਾਸ਼ਟਰੀ ਏਕੀਕਰਨ ਦੀਆਂ ਸਮੱਸਿਆਵਾਂ, ਜਿਹੜੀਆਂ ਰਾਸ਼ਟਰੀ ਏਕੀਕਰਨ ਦੇ ਰਸਤੇ ਵਿੱਚ ਸਮੱਸਿਆਵਾਂ ਨੇਗੀਆਂ। ਪਹਿਲਾ ਹੈਗਾ ਸੰਪਰਦਾਇਕਤਾ। ਭਾਰਤ ਵਿੱਚ ਅਨੇਕਾਂ ਧਰਮਾਂ ਸੰਪਰਦਾਵਾਂ ਨਾਲ ਸੰਬੰਧ ਰੱਖਣ ਵਾਲੇ ਲੋਕ ਰਹਿੰਦੇ ਹਨ। ਵੱਖ ਵੱਖ ਧਰਮਾਂ ਦੀ ਹੋਂਦ ਨੇ ਲੋਕਾਂ ਨੂੰ ਅਨੇਕਾਂ ਹੀ ਵਿਰੋਧੀ ਗੁੱਟਾਂ ਵਿੱਚ ਵੰਡ ਦਿੱਤਾ। ਦੂਸਰਾ ਪੁਆਇੰਟ, ਜਾਤੀਵਾਦ। ਭਾਰਤ ਵਿੱਚ ਜਾਤੀ ਦੇ ਆਧਾਰ 'ਤੇ ਲੋਕਾਂ ਵਿੱਚ ਇੱਕ ਦੂਜੇ ਨਾਲ ਅੰਤਰ ਕਰਦੇ ਹਨ, ਜਿਸ ਨੇ ਲੋਕਾਂ ਵਿੱਚ ਅਸਮਾਨਤਾ ਨੂੰ ਜਨਮ ਦਿੱਤਾ ਹੈ। ਉਸ ਤੋਂ ਅੱਗੇ ਖੇਤਰਵਾਦ। ਖੇਤਰਵਾਦ ਦਾ ਅਰਥ ਦੇਸ਼ ਦੇ ਮੁਕਾਬਲੇ ਕਿਸੇ ਵਿਸ਼ੇਸ਼ ਖੇਤਰ ਨੂੰ ਮਹੱਤਤਾ ਦੇਣਾ ਤੋਂ ਹੈ। ਖੇਤਰਵਾਦ ਵੱਖਵਾਦ ਦੀ ਭਾਵਨਾ ਪੈਦਾ ਕਰਦਾ ਹੈ ਜਿਹੜੀ ਕਿ ਰਾਸ਼ਟਰੀ ਏਕੀਕਰਨ ਦੇ ਰਸਤੇ ਵਿੱਚ ਰੁਕਾਵਟ ਹੈ। ਉਸ ਤੋਂ ਅੱਗੇ ਚੌਥਾ, ਘੱਟ ਗਿਣਤੀਆਂ ਦੀ ਅਸੰਤੁਸ਼ਟੀ। ਭਾਰਤ ਵਿੱਚ
ਭਾਸ਼ਾ ਧਰਮ ਦੇ ਆਧਾਰ 'ਤੇ ਘੱਟ ਗਿਣਤੀਆਂ ਆਪਣੀ ਵੱਖਰੀ ਹੋਂਦ ਨੂੰ ਕਾਇਮ ਰੱਖਣ ਦਾ ਯਤਨ ਕਰਦੀਆਂ ਹਨ। ਇਸ ਦਾ ਰਾਸ਼ਟਰੀ ਏਕੀਕਰਨ 'ਤੇ ਮਾੜਾ ਅਸਰ ਪੈਂਦਾ ਹੈ। ਗਰੀਬੀ ਆਪਣੀਆਂ ਆਰਥਿਕ ਸਮੱਸਿਆਵਾਂ ਦੇ ਹੱਲ ਲਈ ਸੰਘਰਸ਼ ਕਰਦੇ ਰਹਿੰਦੇ ਹਨ। ਰਾਸ਼ਟਰੀ ਏਕੀਕਰਨ ਨੂੰ ਕੋਈ ਮਹੱਤਵ ਨਹੀਂ ਦਿੰਦੇ। 6ਵਾਂ ਫਿਰਕਾ ਪ੍ਰਸਤੀ ਫਿਰਕੂ ਰਾਜਨੀਤਿਕ ਦਲ ਧਰਮ ਜਾਤੀ ਖੇਤਰ ਦੇ ਆਧਾਰ 'ਤੇ ਬਣੇ ਰਾਜਨੀਤਿਕ ਦਲ ਆਪਣੇ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਲੋਕਾਂ ਵਿੱਚ ਵਖਰੇਵੇਂ ਪੈਦਾ ਕਰਦੇ ਹਨ, ਜੋ ਰਾਸ਼ਟਰੀ ਏਕੀਕਰਨ ਲਈ ਖਤਰਾ ਹੈ। 7ਵਾਂ ਭਾਸ਼ਾ ਦੇ ਆਧਾਰ 'ਤੇ ਰਾਜਾਂ ਦਾ ਪੁਨਰ ਗਠਨ ਭਾਸ਼ਾ ਦੇ ਆਧਾਰ 'ਤੇ ਰਾਜਾਂ ਦੇ ਪੁਨਰ ਗਠਨ ਕਾਰਨ ਭਾਸ਼ਾ ਦੇ ਆਧਾਰ 'ਤੇ ਵੱਖਰੇ ਰਾਜਾਂ ਦੀ ਮੰਗ ਉੱਠ ਰਹੀ ਹੈ, ਜੋ ਕਿ ਰਾਸ਼ਟਰੀ ਏਕੀਕਰਨ ਲਈ ਰੁਕਾਵਟ ਹੈ। ਉਸ ਤੋਂ ਅੱਗੇ ਰਾਸ਼ਟਰੀ ਏਕੀਕਰਨ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੁਝਾਅ ਹੈ ਜੀ। ਉਚਿਤ ਸਿੱਖਿਆ ਪ੍ਰਬੰਧ, ਗਰੀਬੀ ਬੇਰੁਜ਼ਗਾਰੀ ਦਾ ਖਾਤਮਾ, ਫਿਰਕੂ ਰਾਜਨੀਤਿਕ ਦਲਾਂ ਉੱਤੇ ਪਾਬੰਦੀ, ਸੰਤੁਲਿਤ ਖੇਤਰੀ ਵਿਕਾਸ, ਘੱਟ ਗਿਣਤੀਆਂ ਦੀ ਭਰੋਸੇਯੋਗਤਾ, ਰਾਜਾਂ ਵਿੱਚ ਆਪਸੀ ਆਦਾਨ ਪ੍ਰਦਾਨ। ਉਸ ਤੋਂ ਅੱਗੇ ਇਹਦੇ ਪ੍ਰਸ਼ਨ ਨੇ ਰਾਜੀ, ਜਿਹੜੇ ਮਹੱਤਵਪੂਰਨ ਪ੍ਰਸ਼ਨ ਨੇਗੇ। ਰਾਸ਼ਟਰੀ ਏਕੀਕਰਨ ਦੀ ਪਹਿਲੀ ਬੈਠਕ ਕਦੋਂ ਹੋਈ? ਉੱਤਰ 1962 ਨੂੰ। ਦੂਸਰਾ, ਰਾਸ਼ਟਰੀ ਏਕੀਕਰਨ ਪਰਿਸ਼ਦ ਦੀ ਸਥਾਪਨਾ ਕਿਹੜੇ ਪ੍ਰਧਾਨ ਮੰਤਰੀ ਦੇ ਸਮੇਂ ਹੋਈ? ਪੰਡਿਤ ਜਵਾਹਰ ਲਾਲ ਨਹਿਰੂ। ਗੈਰ ਸਰਕਾਰੀ ਪੱਧਰ 'ਤੇ ਰਾਸ਼ਟਰੀ ਏਕੀਕਰਨ ਦੀ ਕਿਸੇ ਇੱਕ ਸੰਸਥਾ ਦਾ ਨਾਮ ਲਿਖੋ। ਇਨਸਾਨੀ ਬਰਾਦਰੀ। ਉਸ ਤੋਂ ਅੱਗੇ ਚੌਥਾ, ਇਨਸਾਨੀ ਬਰਾਦਰੀ ਦੀ ਸਥਾਪਨਾ ਕਦੋਂ ਹੋਈ? ਉੱਤਰ 1970। ਪੰਜਵਾਂ, ਰਾਸ਼ਟਰੀ ਏਕੀਕਰਨ ਦੀ ਕੋਈ ਇੱਕ ਸਮੱਸਿਆ ਲਿਖੋ। ਫਿਰਕੂ ਦਲ ਰਾਜਨੀਤਿਕ ਦਲ। ਛੇਵਾਂ, ਰਾਸ਼ਟਰੀ ਏਕੀਕਰਨ ਲਈ ਇੱਕ ਜ਼ਰੂਰੀ ਸ਼ਰਤ ਸਿੱਖਿਆ ਦਾ ਪ੍ਰਸਾਰ। ਉਸ ਤੋਂ ਅੱਗੇ ਸਹੀ ਗਲਤ। ਰਾਸ਼ਟਰੀ ਏਕੀਕਰਨ ਦੀ ਭਾਵਨਾ ਕੋਈ ਭਾਵਨਾ ਨਹੀਂ, ਇਸ ਦੀ ਉਸਾਰੀ ਸੀਮੈਂਟ ਇੱਟਾਂ ਨਾਲ ਕਰ ਸਕਦੇ ਹਾਂ। ਸਹੀ। ਦੂਸਰਾ, 1961 ਵਿੱਚ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਨੇ ਰਾਸ਼ਟਰੀ ਏਕੀਕਰਨ ਸੰਮੇਲਨ ਕਰਵਾਇਆ। ਸਹੀ। ਤੀਸਰਾ, ਸਾਡੇ ਦੇਸ਼ ਵਿੱਚ ਰਾਸ਼ਟਰੀ ਏਕੀਕਰਨ ਦਾ ਅਨੇਕਤਾ ਵਿੱਚ ਏਕਤਾ ਦਾ ਸਿਧਾਂਤ ਨੂੰ ਮਾਨਤਾ ਦਿੱਤੀ ਗਈ ਹੈ। ਸਹੀ। ਉਸ ਤੋਂ ਅੱਗੇ ਚੌਥਾ, ਰਾਸ਼ਟਰੀ ਏਕੀਕਰਨ ਪਰਿਸ਼ਦ ਦਾ ਮੁਖੀ ਰਾਸ਼ਟਰਪਤੀ ਹੁੰਦਾ ਹੈ। ਗਲਤ। ਇਨਸਾਨੀ ਬਰਾਦਰੀ ਰਾਸ਼ਟਰੀ ਏਕੀਕਰਨ ਦੀ ਇੱਕ ਸਰਕਾਰੀ ਸੰਸਥਾ ਹੈ। ਗਲਤ। ਗੈਰ ਸਰਕਾਰੀ ਸੰਸਥਾ ਹੈ ਜੀ। ਉਸ ਤੋਂ ਅੱਗੇ ਖਾਲੀ ਥਾਵਾਂ। ਭਾਰਤ ਵਿੱਚ ਰਾਸ਼ਟਰੀ ਏਕੀਕਰਨ ਲਈ ਡੈਸ਼ ਵਾਲਾ ਸਿਧਾਂਤ ਲਾਗੂ ਕੀਤਾ ਹੈ। ਉੱਤਰ ਹੈ ਜੀ ਅਨੇਕਤਾ ਵਿੱਚ ਏਕਤਾ। ਦੂਸਰਾ, ਭਾਰਤ ਵਿੱਚ 1962 ਵਿੱਚ ਡੈਸ਼ ਦੀ ਪਹਿਲੀ ਬੈਠਕ ਹੋਈ ਰਾਸ਼ਟਰੀ ਏਕੀਕਰਨ ਪਰਿਸ਼ਦ ਦੀ। ਰਾਸ਼ਟਰੀ ਏਕੀਕਰਨ ਪਰਿਸ਼ਦ ਦਾ ਮੁਖੀ ਡੈਸ਼ ਹੁੰਦਾ ਹੈ। ਉੱਤਰ ਪ੍ਰਧਾਨ ਮੰਤਰੀ। ਚੌਥਾ, ਰਾਸ਼ਟਰੀ ਏਕੀਕਰਨ ਇੱਕ ਭਾਵਨਾ ਹੈ। ਉੱਤਰ ਮਨੋਵਿਗਿਆਨਕ। ਪੰਜਵਾਂ, ਭਾਰਤ ਡੈਸ਼ ਅਤੇ ਡੈਸ਼ ਦੇਸ਼ ਹੈ ਜਿਸ ਨੂੰ ਰਾਸ਼ਟਰੀ ਏਕੀਕਰਨ ਦੀ ਲੋੜ ਹੈ। ਉੱਤਰ ਭਾਰਤ ਬਹੁਧਰਮੀ ਬਹੁਭਾਸ਼ਾਈ ਦੇਸ਼ ਹੈ। ਠੀਕ ਹੈ ਜੀ। ਇਹ ਸੀਗਾ ਰਾਸ਼ਟਰੀ ਏਕੀਕਰਨ ਨਾਲ ਸੰਬੰਧਿਤ ਮਹੱਤਵਪੂਰਨ ਜਿਹੜਾ ਲੈਸਨ ਹੈ ਜੀ। ਪੇਪਰ ਦੇ ਵਿੱਚ ਅਕਸਰ ਇਹਦੇ ਵਿੱਚੋਂ ਇੱਕ ਦੋ ਕੁਐਸਚਨ ਜਿਹੜੇ ਪੁੱਛ ਲਏ ਜਾਂਦੇ ਨੇਗੇ। ਅਤੇ ਇਹਨੂੰ ਵੀਡੀਓ ਨੂੰ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ, ਸਬਸਕ੍ਰਾਈਬ ਕਰੋ ਆਪਣਾ ਚੈਨਲ। ਧੰਨਵਾਦ।